ਕਦੇ ਸੋਚਿਆ ਹੈ ਕਿ ਹੋਂਦ ਬਾਰੇ ਦੋ ਬਿਲਕੁਲ ਵੱਖਰੀਆਂ ਕਹਾਣੀਆਂ, ਇੱਕ ਵਿਗਿਆਨ ਦੀ ਅਤੇ ਇੱਕ ਅਧਿਆਤਮ ਦੀ, ਅਸਲ ਵਿੱਚ ਇੱਕੋ ਸੱਚਾਈ ਵੱਲ ਇਸ਼ਾਰਾ ਕਰ ਸਕਦੀਆਂ ਹਨ? ਚਲੋ ਅੱਜ ਇਸੇ ਗੁੰਝਲਦਾਰ ਪਰ ਦਿਲਚਸਪ ਵਿਸ਼ੇ ਦੀਆਂ ਪਰਤਾਂ ਖੋਲ੍ਹਦੇ ਹਾਂ। ਸਭ ਕੁਝ ਬਣਾਇਆ ਕਿਸਨੇ? ਇਹ ਇੱਕ ਅਜਿਹਾ ਸਵਾਲ ਹੈ ਜਿਸਨੇ ਸਦੀਆਂ ਤੋਂ ਇਨਸਾਨੀ ਦਿਮਾਗ ਨੂੰ ਉਲਝਾਇਆ ਹੈ, ਭਾਵੇਂ ਉਹ ਵਿਗਿਆਨ ਹੋਵੇ ਜਾਂ ਦਰਸ਼ਨ। ਅਤੇ ਇਹੀ ਉਹ ਸਵਾਲ ਹੈ ਜਿੱਥੇ ਸਾਡੇ ਦੋ ਵੱਡੇ ਵਿਚਾਰ ਆਪਸ ਵਿੱਚ ਟਕਰਾਉਂਦੇ ਜਾਪਦੇ ਨੇ। ਤਾਂ ਗੱਲ ਇੱਥੇ ਦੋ ਵੱਡੇ ਵਿਚਾਰਾਂ ਦੀ ਹੈ। ਇੱਕ ਪਾਸੇ ਹੈ ਵਿਗਿਆਨ, ਜੋ ਕਹਿੰਦਾ ਹੈ ਕਿ ਸਭ ਕੁਝ ਇੱਕ ਬੇਅੰਤ ਸੰਘਣੇ ਬਿੰਦੂ ਤੋਂ ਸ਼ੁਰੂ ਹੋਇਆ, ਤੇ ਦੂਜੇ ਪਾਸੇ ਹੈ ਅਧਿਆਤਮ, ਜੋ ਕਹਿੰਦਾ ਹੈ ਕਿ ਸਾਰੀ ਸ੍ਰਿਸ਼ਟੀ ਦੀ ਸ਼ੁਰੂਆਤ ਇੱਕ ਸ਼ਬਦ ਤੋਂ ਹੋਈ। ਇੱਕ ਬਿੰਦੂ ਜਾਂ ਇੱਕ ਸ਼ਬਦ। ਆਓ ਦੇਖੀਏ। ਠੀਕ ਹੈ, ਤਾਂ ਆਓ ਆਪਣੀ ਕਹਾਣੀ ਦਾ ਪਹਿਲਾ ਪੰਨਾ ਖੋਲੀਏ। ਸ਼ੁਰੂਆਤ ਕਰਦੇ ਹਾਂ ਵਿਗਿਆਨ ਤੋਂ। ਉਹ ਕਹਾਣੀ ਜੋ ਸ਼ਾਇਦ ਅਸੀਂ ਸਭ ਨੇ ਸੁਣੀ ਹੈ, ਪਰ ਇਸ ਨੂੰ ਇੱਕ ਨਵੇਂ ਨਜ਼ਰੀਏ ਨਾਲ ਦੇਖਾਂਗੇ। ਤਾਂ ਇਹ ਬਿਗ ਬੈਂਗ ਥਿਊਰੀ ਆਖਿਰ ਹੈ ਕੀ? ਸੋਚ ਕੇ ਦੇਖੋ। ਲਗਭਗ 13.8 ਅਰਬ ਸਾਲ ਪਹਿਲਾਂ ਪੂਰਾ ਬ੍ਰਹਿਮੰਡ, ਹਰ ਤਾਰਾ, ਹਰ ਗ੍ਰਹਿ, ਸਭ ਕੁਝ ਇੱਕ ਸੂਈ ਦੀ ਨੋਕ ਤੋਂ ਵੀ ਛੋਟੇ, ਬੇहद ਗਰਮ ਬਿੰਦੂ ਵਿੱਚ ਕੈਦ ਸੀ। ਫਿਰ ਇੱਕ ਵੱਡਾ ਧਮਾਕਾ ਹੋਇਆ, ਤੇ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਬ੍ਰਹਿਮੰਡ ਫੈਲਦਾ ਹੀ ਜਾ ਰਿਹਾ ਹੈ। ਇਹ ਸਫ਼ਰ ਸੱਚਮੁੱਚ ਹੈਰਾਨ ਕਰਨ ਵਾਲਾ ਹੈ। 13.5 ਅਰਬ ਸਾਲ ਪਹਿਲਾਂ ਇੱਕ ਧਮਾਕਾ, ਫਿਰ ਲੱਖਾਂ ਸਾਲਾਂ ਬਾਅਦ ਪਹਿਲੇ ਐਟਮ ਬਣਦੇ ਨੇ, ਤੇ ਫਿਰ ਕਰੋੜਾਂ ਸਾਲ ਲੱਗ ਜਾਂਦੇ ਨੇ ਪਹਿਲੇ ਤਾਰਿਆਂ ਤੇ ਗੈਲੈਕਸੀਆਂ ਨੂੰ ਜਨਮ ਲੈਣ ਵਿੱਚ। ਤੇ ਅੱਜ ਅਸੀਂ ਉਸੇ ਫੈਲਦੇ ਹੋਏ ਬ੍ਰਹਿਮੰਡ ਦਾ ਇੱਕ ਛੋਟਾ ਜਿਹਾ ਹਿੱਸਾ ਹਾਂ। ਪਰ ਇੱਥੇ ਇੱਕ ਮਿੰਟ ਰੁਕੋ। ਇੱਕ ਦਿਲਚਸਪ ਖਿਆਲ ਆਉਂਦਾ ਹੈ। ਕੀ ਹੋਵੇ ਜੇ ਸਾਰੀ ਭੌਤਿਕ ਪ੍ਰਕਿਰਿਆ, ਇਹ ਧਮਾਕਾ, ਇਹ ਫੈਲਾਓ ਅਸਲ ਵਿੱਚ ਇੱਕ ਭਾਸ਼ਾ ਹੋਵੇ, ਇੱਕ ਤਰ੍ਹਾਂ ਦਾ ਬ੍ਰਹਮੰਡੀ ਸੰਵਾਦ? ਜੇ ਇਹ ਇੱਕ ਭਾਸ਼ਾ ਹੈ ਤਾਂ ਇਸ ਦੀ ਵਿਆਕਰਣ ਕੀ ਹੈ? ਦੇਖੋ, ਭੌਤਿਕ ਵਿਗਿਆਨ ਦੇ ਨਿਯਮ, ਗ੍ਰੈਵਿਟੀ, ਥਰਮੋਡਾਇਨਾਮਿਕਸ, ਇਹ ਇਸ ਭਾਸ਼ਾ ਦੇ ਨਿਯਮ ਨੇ। ਇਸ ਦੀ ਗ੍ਰਾਮਰ, ਕੁਆਂਟਮ ਉਤਰਾ-ਚੜ੍ਹਾ, ਉਹ ਛੋਟੇ-ਛੋਟੇ ਬੀਜ ਸਨ ਜਿਨ੍ਹਾਂ ਤੋਂ ਸਾਰੀ ਬਣਤਰ ਉੱਗੀ। ਤੇ ਬਿਗ ਬੈਂਗ, ਉਹ ਸੀ ਇਸ ਭਾਸ਼ਾ ਦਾ ਪਹਿਲਾ ਸ਼ਬਦ, ਪਹਿਲਾ ਉਚਾਰਨ, ਜਿਸ ਨੇ ਸਭ ਕੁਝ ਸ਼ੁਰੂ ਕੀਤਾ। ਚਲੋ ਹੁਣ ਬ੍ਰਹਿਮੰਡ ਦੀ ਵਿਸ਼ਾਲਤਾ ਤੋਂ ਹਟ ਕੇ ਥੋੜਾ ਆਪਣੇ ਵੱਲ ਆਉਂਦੇ ਹਾਂ, ਮਨੁੱਖ ਵੱਲ। ਅਸੀਂ ਬੋਲਣਾ ਕਿਵੇਂ ਸਿੱਖਿਆ? ਸਾਡੀ ਆਪਣੀ ਭਾਸ਼ਾ ਦੀ ਕਹਾਣੀ ਕੀ ਹੈ? ਦੇਖੋ, ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਸੀ। ਸ਼ੁਰੂ ਵਿੱਚ ਸਾਡੇ ਪੂਰਵਜ ਸਿਰਫ ਇਸ਼ਾਰਿਆਂ ਤੇ ਕੁਝ ਆਵਾਜ਼ਾਂ ਨਾਲ ਕੰਮ ਚਲਾਉਂਦੇ ਸਨ। ਫਿਰ ਹੌਲੀ-ਹੌਲੀ ਦਿਮਾਗ ਦਾ ਵਿਕਾਸ ਹੋਇਆ, ਜਿਸ ਨਾਲ ਅਸੀਂ ਇਕੱਠੇ ਮਿਲ ਕੇ ਕੰਮ ਕਰਨਾ, ਯੋਜਨਾਵਾਂ ਬਣਾਉਣਾ ਸਿੱਖਿਆ। ਤੇ ਫਿਰ ਆਇਆ ਉਹ ਕ੍ਰਾਂਤੀਕਾਰੀ ਪਲ, ਜਦੋਂ ਆਵਾਜ਼ਾਂ ਸਿਰਫ ਆਵਾਜ਼ਾਂ ਨਹੀਂ ਰਹੀਆਂ, ਉਹ ਵਿਚਾਰਾਂ ਦਾ ਪ੍ਰਤੀਕ ਬਣ ਗਈਆਂ। ਤੇ ਕਦੋਂ ਹੋਇਆ? ਵਿਗਿਆਨੀ ਮੰਨਦੇ ਨੇ ਕਿ ਲਗਭਗ 1,35,000 ਸਾਲ ਪਹਿਲਾਂ ਸਾਡੇ ਅੰਦਰ ਹੋਮੋਸੇਪੀਅਨਸ ਵਿੱਚ ਭਾਸ਼ਾ ਦੀ ਇੱਕ ਕਮਾਲ ਦੀ ਯੋਗਤਾ ਪੈਦਾ ਹੋਈ। ਤੇ ਇਹੀ ਉਹ ਪਲ ਸੀ ਮਨੁੱਖਤਾ ਦਾ ਸ਼ਬਦ ਨਾਲ ਪਹਿਲਾ ਅਸਲੀ ਵਾਹ, ਜਦੋਂ ਅਸੀਂ ਚੀਜ਼ਾਂ ਨੂੰ ਨਾਮ ਦੇਣਾ ਸਿੱਖਿਆ, ਸੋਚਣਾ ਸਿੱਖਿਆ ਅਤੇ ਆਪਣੇ ਵਿਚਾਰਾਂ ਨੂੰ ਇੱਕ ਦੂਜੇ ਨਾਲ ਸਾਂਝਾ ਕਰਨਾ ਸਿੱਖਿਆ। ਇਹ ਸਿਰਫ ਸੰਚਾਰ ਨਹੀਂ ਸੀ, ਇਹ ਇੱਕ ਨਵੀਂ ਦੁਨੀਆ ਦੀ ਸਿਰਜਣਾ ਸੀ। ਅੱਛਾ, ਹੁਣ ਤੱਕ ਅਸੀਂ ਗੱਲ ਕੀਤੀ ਵਿਗਿਆਨ ਦੀ, ਪਰ ਹੁਣ ਕਹਾਣੀ ਇੱਕ ਦਿਲਚਸਪ ਮੋੜ ਲੈਂਦੀ ਹੈ। ਹੁਣ ਅਸੀਂ ਇੱਕ ਅਜਿਹੇ ਦਾਅਵੇ ਤੇ ਆ ਰਹੇ ਹਾਂ ਜੋ ਕਹਿੰਦਾ ਹੈ, ਸ਼ਬਦ ਹੀ ਰੱਬ ਹੈ। ਇਹ ਇੱਕ ਵੱਡੀ ਗੱਲ ਹੈ, ਤਾਂ ਆਓ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇੱਥੇ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਦਾਅਵਾ ਇਹ ਨਹੀਂ ਹੈ ਕਿ ਕੋਈ ਸ਼ਬਦ ਰੱਬ ਵਰਗਾ ਹੈ ਜਾਂ ਉਸ ਦਾ ਨਿਸ਼ਾਨ ਹੈ, ਨਹੀਂ। ਦਾਅਵਾ ਇਹ ਹੈ ਕਿ ਸ਼ਬਦ ਖੁਦ ਹੀ ਰੱਬ ਦਾ ਪ੍ਰਗਟਾਵਾ ਹੈ, ਉਸ ਦੀ ਮੈਨੀਫੈਸਟੇਸ਼ਨ ਹੈ। ਇਸ ਵੱਡੇ ਵਿਚਾਰ ਨੂੰ ਸਮਝਣ ਲਈ ਇਸ ਦੇ 3 ਮੁੱਖ ਥੰਮ ਹਨ। ਪਹਿਲਾ, ਸ਼ਬਦ ਇੱਕ ਸਿਰਜਨਾਤਮਕ ਸ਼ਕਤੀ ਹੈ। ਦੂਸਰਾ, ਇਹ ਬੁਨਿਆਦੀ ਹਕੀਕਤ ਹੈ। ਅਤੇ ਤੀਸਰਾ, ਇਹ ਸਾਨੂੰ ਏਕਤਾ ਵੱਲ ਲੈ ਕੇ ਜਾਂਦਾ ਹੈ। ਤੇ ਇਹ ਕੋਈ ਨਵਾਂ ਵਿਚਾਰ ਨਹੀਂ ਹੈ। ਪੁਰਾਣੇ ਯੂਨਾਨੀ ਫਿਲਾਸਫਰ ਇਸ ਨੂੰ ਲੋਗੋਸ ਕਹਿੰਦੇ ਸਨ, ਇੱਕ ਬ੍ਰਹਮ ਤਰਕ ਜਿਸ ਨੇ ਪੂਰੇ ਬ੍ਰਹਿਮੰਡ ਨੂੰ ਵਿਵਸਥਾ ਵਿੱਚ ਬੰਨ੍ਹਿਆ ਹੋਇਆ ਹੈ। ਈਸਾਈ ਧਰਮ ਵਿੱਚ ਵੀ ਇਸ ਨੂੰ ਪਰਮੇਸ਼ਵਰ ਦਾ ਸ਼ਬਦ ਕਿਹਾ ਗਿਆ ਹੈ। ਅਤੇ ਗੱਲ ਸਿਰਫ ਪੱਛਮ ਦੀ ਨਹੀਂ ਹੈ। ਸਿੱਖ ਧਰਮ ਵਿੱਚ ਸ਼ਬਦ ਦਾ ਸੰਕਲਪ ਕੇਂਦਰੀ ਹੈ। ਉਹ ਪਵਿੱਤਰ ਧੁਨੀ, ਉਹ ਬ੍ਰਹਮ ਸ਼ਬਦ ਜਿਸ ਨਾਲ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ ਤੇ ਚੱਲ ਰਹੀ ਹੈ। ਤਾਂ ਇਹ ਵਿਚਾਰ ਦੁਨੀਆ ਭਰ ਦੀਆਂ ਸੱਭਿਅਤਾਵਾਂ ਵਿੱਚ ਮੌਜੂਦ ਹੈ। ਹੁਣ ਦੂਜੇ ਥੰਮ ਤੇ ਆਉਂਦੇ ਹਾਂ। ਸ਼ਬਦ ਹੀ ਬੁਨਿਆਦੀ ਹਕੀਕਤ ਕਿਵੇਂ ਹੈ? ਜ਼ਰਾ ਸੋਚੋ। ਹਰ ਚੀਜ਼ ਜਿਸ ਨੂੰ ਅਸੀਂ ਜਾਣਦੇ ਹਾਂ, ਆਸਮਾਨ ਵਿੱਚ ਤਾਰੇ, ਧਰਤੀ ਤੇ ਦਰਖਤ, ਇੱਥੋਂ ਤੱਕ ਕਿ ਸਾਡੇ ਆਪਣੇ ਵਿਚਾਰ, ਇਹ ਸਭ ਅਸਲ ਵਿੱਚ ਕੀ ਹਨ? ਇਹ ਸੰਕਲਪ ਹਨ, ਯਾਨੀ ਸ਼ਬਦ। ਕੀ ਅਸੀਂ ਕਿਸੇ ਅਜਿਹੀ ਚੀਜ਼ ਬਾਰੇ ਸੋਚ ਸਕਦੇ ਹਾਂ ਜਿਸ ਦਾ ਕੋਈ ਨਾਮ ਜਾਂ ਸੰਕਲਪ ਨਾ ਹੋਵੇ? ਨਹੀਂ। ਇਸ ਲਈ ਸ਼ਬਦ ਹੀ ਉਹ ਹਕੀਕਤ ਹੈ ਜਿਸ ਵਿੱਚ ਸਭ ਕੁਝ ਸ਼ਾਮਿਲ ਹੈ। ਤਾਂ ਇੱਕ ਪਾਸੇ ਹੈ ਵਿਗਿਆਨ ਦਾ ਧਮਾਕਾ ਅਤੇ ਦੂਜੇ ਪਾਸੇ ਹੈ ਅਧਿਆਤਮ ਦਾ ਸ਼ਬਦ। ਕੀ ਇਹ ਦੋ ਵੱਖਰੀਆਂ ਕਹਾਣੀਆਂ ਹਨ ਜਾਂ ਇੱਕੋ ਹਕੀਕਤ ਨੂੰ ਦੇਖਣ ਦੇ ਦੋ ਵੱਖਰੇ ਨਜ਼ਰੀਏ? ਹੁਣ ਸਮਾਂ ਹੈ ਇਹਨਾਂ ਸਾਰੇ ਤਾਗਿਆਂ ਨੂੰ ਇਕੱਠੇ ਬੁਣਨ ਦਾ। ਸਵਾਲ ਫਿਰ ਉਹੀ ਹੈ ਕਿ ਹੋਂਦ ਇੱਕ ਭੌਤਿਕ ਮਸ਼ੀਨ ਹੈ
ਜਿਸ ਦੇ ਨਿਯਮ ਹਨ ਜਾਂ ਇਸ ਦਾ ਕੋਈ ਗਹਿਰਾ ਬ੍ਰਹਮ ਅਰਥ ਹੈ। ਪਰ ਕੀ ਸਾਨੂੰ ਦੋਵਾਂ ਵਿੱਚੋਂ ਇੱਕ ਨੂੰ ਚੁਣਨਾ ਜ਼ਰੂਰੀ ਹੈ? ਸ਼ਾਇਦ ਨਹੀਂ। ਸ਼ਾਇਦ ਇਹ ਇੱਕੋ ਹਕੀਕਤ ਦੀਆਂ 3 ਵੱਖ-ਵੱਖ ਪਰਤਾਂ ਹਨ। ਦੇਖੋ, ਵਿਗਿਆਨ ਸਾਨੂੰ ਦੱਸਦਾ ਹੈ ਕਿ ਇਹ ਸਭ ਭੌਤਿਕ ਤੌਰ ਤੇ ਕਿਵੇਂ ਹੋਇਆ। ਭਾਸ਼ਾ ਵਿਗਿਆਨ ਦੱਸਦਾ ਹੈ ਕਿ ਮਨੁੱਖ ਨੇ ਇਸ ਹਕੀਕਤ ਨੂੰ ਸਮਝਣ ਲਈ ਪ੍ਰਤੀਕ ਕਿਵੇਂ ਬਣਾਏ। ਅਤੇ ਅਧਿਆਤਮ ਉਹ ਸਾਨੂੰ ਇਹਨਾਂ ਸਾਰੀਆਂ ਪ੍ਰਕਿਰਿਆਵਾਂ ਦੇ ਪਿੱਛੇ ਛੁਪੇ ਅਰਥ ਬਾਰੇ ਸੋਚਣ ਲਈ ਕਹਿੰਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇਹ ਕਹਾਣੀਆਂ ਇੱਕ ਦੂਜੇ ਨਾਲ ਲੜ ਨਹੀਂ ਰਹੀਆਂ। ਇਹ ਤਾਂ ਇੱਕੋ ਸੱਚਾਈ ਨੂੰ ਬਿਆਨ ਕਰਨ ਦੇ ਵੱਖ-ਵੱਖ ਢੰਗ ਹਨ। ਇੱਕ ਸਾਨੂੰ ਕਿਵੇਂ ਦੱਸਦਾ ਹੈ, ਦੂਜਾ ਕਿਉਂ ਵੱਲ ਇਸ਼ਾਰਾ ਕਰਦਾ ਹੈ। ਜੇ ਅਸੀਂ ਇਸ ਨਜ਼ਰੀਏ ਤੋਂ ਦੇਖੀਏ ਤਾਂ ਪੂਰਾ ਬ੍ਰਹਮੰਡ ਇੱਕ ਸ਼ਾਨਦਾਰ ਕਹਾਣੀ ਵਾਂਗ ਲੱਗਦਾ ਹੈ ਜੋ ਹੌਲੀ-ਹੌਲੀ ਖੁੱਲ ਰਹੀ ਹੈ। ਇੱਕ ਮਹਾਨ ਵਿਚਾਰ ਜੋ ਪ੍ਰਗਟ ਹੋ ਰਿਹਾ ਹੈ, ਇੱਕ ਸ਼ਬਦ ਜੋ ਲਗਾਤਾਰ ਬੋਲਿਆ ਜਾ ਰਿਹਾ ਹੈ। ਤੇ ਜੇ ਇਹ ਸੱਚ ਹੈ, ਜੇ ਹਕੀਕਤ ਸੱਚਮੁੱਚ ਇੱਕ ਭਾਸ਼ਾ ਹੈ, ਇੱਕ ਬ੍ਰਹਿਮੰਡੀ ਸੰਵਾਦ ਹੈ, ਤਾਂ ਆਖਰੀ ਸਵਾਲ ਇਹ ਬਣਦਾ ਹੈ, ਇਸ ਸੰਵਾਦ ਵਿੱਚ ਅਸੀਂ ਕੀ ਕਹਿ ਰਹੇ ਹਾਂ? ਸਾਡੇ ਸ਼ਬਦ, ਸਾਡੇ ਕਰਮ ਇਸ ਮਹਾਨ ਕਹਾਣੀ ਵਿੱਚ ਕੀ ਜੋੜ ਰਹੇ ਹਨ?